ਧੰਨ ਵਾਹਿਗੁਰੂ ਸਾਹਿਬ ਜੀ। ਅਮੈ ਸ਼ੁਭ ਕਰੈ ਅਮੈ ਦ੍ਰਿਸ਼ਟ ਸ਼ੁਭ ਕਰੈ, ਹਰਿ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਂਦ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸੱਜਣ ਸੱਚਾ ਸਿਰ ਸ਼ਾਂਦ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਨਾਮ ਪੁਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ। ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਰਾਮ ਨਾਮ ਪੁਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ। ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰਾਂ ਨੇ ਬੜੀ ਰਹਿਮਤ ਬਖਸ਼ਿਸ਼ ਕੀਤੀ ਹੈ। ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਕਥਾ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੀ ਬੜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ। ਆਪ ਕਿਰਪਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਬਾਣੀ ਦੀ ਵਿਚਾਰ ਕਰਾਈ ਲੜੀਵਾਰ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕਾਂ ਦੀ ਵਿਚਾਰ ਵਿੱਚੋਂ ਅਖੀਰਲਾ ਸ਼ਲੋਕ ਜਿਹੜਾ ਹੈ ਉਹਦੀ ਵਿਚਾਰ ਆਪਾਂ ਕਰਨੀ ਹੈ। ਸਤਿਗੁਰਾਂ ਤੋਂ ਉੱਠ ਕੇ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਸੀਂ 59 ਸ਼ਬਦ ਵਿਚਾਰੇ ਸਨ। ਉਸ ਤੋਂ ਬਾਅਦ ਫਿਰ ਆਪਾਂ ਕੋਸ਼ਿਸ਼ ਕੀਤੀ ਕਿ ਮਹਾਰਾਜ ਦੀ ਬਾਣੀ ਦੀ ਹੁਣ ਕਥਾ ਚੱਲ ਰਹੀ ਤੇ ਉਹਨਾਂ ਦੇ ਸ਼ਲੋਕਾਂ ਦੀ ਵੀ ਵਿਚਾਰ ਕਰ ਲਈਏ। ਤਾਂ ਸਤਿਗੁਰੂ ਨੇ ਕਿਰਪਾ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪ ਕਿਰਪਾ ਕੀਤੀ। ਜੋ ਸਮਤ ਸਤਿਗੁਰਾਂ ਬਖਸ਼ੀ ਉਹਦੇ ਮੁਤਾਬਕ ਦਾਸ ਸੇਵਾ ਕਰ ਰਿਹਾ ਸੀ। ਸਾਧ ਸੰਗਤ ਜੀ, ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦੇ ਜੋ ਅਖੀਰਲਾ ਸ਼ਲੋਕ ਹੈ, ਇਸ ਦੀ ਵਿਚਾਰ ਕਰਕੇ ਤੇ ਸ਼ਲੋਕਾਂ ਦੀ ਵਿਚਾਰ ਦੀ ਸਮਾਪਤੀ ਹੋ ਜਾਣੀ ਹੈ। ਇਸ ਤੋਂ ਬਾਅਦ ਜਿਵੇਂ ਸਤਿਗੁਰੂ ਪ੍ਰੇਰਨਾ ਕਰਨਗੇ ਆਪਾਂ ਫਿਰ ਕੋਈ ਲੜੀਵਾਰ ਕਥਾ ਅੱਗੋਂ ਸ਼ੁਰੂ ਕਰਾਂਗੇ। ਆਓ ਸਾਧ ਸੰਗਤ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਜਿਤਨੀ ਵੀ ਆਪ ਸੰਗਤ ਜੁੜ ਬੈਠੇ ਹੋ,
ਮਨ ਦੇ ਟਿਕਾਓ ਇਕਾਗਰਤਾ ਦੇ ਲਈ ਸਾਰਿਆਂ ਨੇ ਮਿਲ ਕੇ ਉਚਾਰਨ ਕਰਨਾ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਪਿਆਰ ਸਹਿਤ ਅਸੀਸ ਬਖਸ਼ਿਸ਼ ਕਰੋ ਤੇ ਗੱਜ ਵੱਜ ਕੇ ਆਖੀਏ ਜੀ ਸਤਨਾਮ ਸ਼੍ਰੀ ਕਰੋ ਕਿਰਪਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਆਪਾਂ ਸ਼ੁਰੂਆਤ ਕੀਤੀ ਸੀ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕਹੋ ਮੀਨ। ਇੱਥੋਂ ਸ਼ੁਰੂਆਤ ਹੋਈ ਸੀ। ਮਹਾਰਾਜ ਨੇ ਕਿਹਾ ਸੀ ਤੂੰ ਕਿਉਂ ਨਹੀਂ ਗੁਣ ਗਾਉਂਦਾ ਪਰਮਾਤਮਾ ਵਾਹਿਗੁਰੂ ਦੇ, ਤੇਰਾ ਜਨਮ ਵਿਅਰਥ ਜਾ ਰਿਹਾ ਹੈ। ਤੇ ਮਹਾਰਾਜ ਕਹਿੰਦੇ ਗੁਣ ਗਾਉਂਦਿਆਂ ਗਾਉਂਦਿਆਂ ਇਵੇਂ ਦੇ ਗੁਣ ਗਾ ਪਰਮਾਤਮਾ ਦੇ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਉਹਦਾ ਜੀਵਨ ਹੈ ਪਾਣੀ, ਬਾਹਰ ਕੱਢਦੇ ਉਹਦੀ ਮੌਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪ੍ਰੇਮ ਕਰ ਵਾਹਿਗੁਰੂ ਪਰਮਾਤਮਾ ਨੂੰ, ਉਹਦੇ ਤੋਂ ਬਿਨਾਂ ਤੇਰੀ ਮੌਤ ਹੋ ਜਾਂਦੀ ਹੈ, ਤੂੰ ਆਤਮਿਕ ਤੌਰ ਤੇ ਮਰ ਜਾਂਦਾ ਹੈ। ਮਹਾਰਾਜ ਦੀ ਜਦੋਂ ਮੈਂ ਸ਼ਲੋਕਾਂ ਦੀ ਵਿਚਾਰ ਕਰ ਰਿਹਾ ਸੀ, ਤੁਸੀਂ ਵੀ ਲਗਾਤਾਰ ਸਰਵਣ ਕਰਦੇ ਆ ਰਹੇ ਹੋ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੋਤੀ ਪਰੋਏ ਪਏ ਨੇ ਸ਼ਬਦਾਂ ਦੇ ਵਿੱਚ। ਫਿਰ ਇੰਨੀ ਤਰਤੀਬ ਬਣਾਈ ਮਹਾਰਾਜ ਨੇ, ਲੜੀ ਇਸ ਤਰ੍ਹਾਂ ਬਣਾਈ ਹੈ, ਜਦੋਂ ਤੁਸੀਂ ਇੱਕ ਦੋ ਸ਼ਲੋਕ ਦੀ ਵਿਚਾਰ ਕਰਦੇ ਜਾਂਦੇ ਹੋ ਨਾ, ਤੇ ਗੁਰੂ ਤੇਗ ਬਹਾਦਰ, ਮੈਂ ਸਿਰਫ ਟੂਕ ਮਾਤਰ ਵਿੱਚੋਂ ਥੋੜਾ ਜਿਹਾ ਜ਼ਿਕਰ ਕਰਨ ਲੱਗਾ। ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿਉਂ ਨਹੀਂ ਗੁਣ ਗਾਉਂਦਾ। ਫਿਰ ਮਹਾਰਾਜ ਕਹਿੰਦੇ ਨੇ ਕਿ ਜਿਨਨੇ ਪਰਮਾਤਮਾ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ, ਤੂੰ ਕਿਉਂ ਨਹੀਂ ਉਹਦਾ ਸ਼ੁਕਰ ਕਰਦਾ। ਤਨ ਧਨ ਸੰਪੈ ਸੁਖ ਦਿਓ, ਅਰ ਜਹ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਇਹ ਵੀ ਅਸੀਂ ਵਿਚਾਰਿਆ। ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਤੇਰਾ ਮਨ ਇਸ ਤਰ੍ਹਾਂ ਫਸਿਆ ਪਿਆ ਹੈ, ਤੂੰ ਤਾਂ ਨਹੀਂ ਗੁਣ ਗਾ ਰਿਹਾ, ਕਿਉਂਕਿ ਮਨ ਮਾਇਆ ਮੈਂ ਫੱਦ ਰਹਿਓ, ਨਿਕਸਤ ਨਾਹੇ ਨਾ ਮੀਤ। ਮਹਾਰਾਜ ਕਹਿੰਦੇ ਮਿੱਤਰਾ ਤੇਰਾ ਮਨ ਮਾਇਆ ਵਿੱਚ ਬੜਾ ਫਸਿਆ ਪਿਆ, ਤੈਨੂੰ ਬਾਹਰ ਨਹੀਂ ਕੱਢਦਾ। ਫਿਰ ਮਹਾਰਾਜ ਨੇ ਕਿਹਾ ਸੀ ਕਰਨੋ ਦੋਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਵਤ ਅੰਧ। ਫਿਰ ਮਹਾਰਾਜ ਨੇ ਕਿਹਾ, ਮੈਂ ਸਿਰਫ ਵਿੱਚੋਂ ਵਿੱਚੋਂ ਕੋਈ ਸ਼ਬਦ ਤਾਂ ਲੈ ਰਿਹਾ ਤਾਂ ਕਿ ਲੜੀ ਬਣਾਉਣੀ ਚਾਹੁੰਦਾ ਮੈਂ। ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ ਕਿ ਏਕ ਭਗਤ ਭਗਵਾਨ, ਜੇ ਪ੍ਰਾਨੀ ਕਹਿ ਨਾਹੇ ਮਨ, ਜੈਸੇ ਸ਼ੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਮਹਾਰਾਜ ਕਹਿੰਦੇ ਤੂੰ ਹੈ ਇਨਸਾਨ ਹੈ, ਪਰ ਪਸ਼ੂਆਂ ਵਰਗੀ ਜ਼ਿੰਦਗੀ ਤੂੰ ਜੀ ਰਿਹਾ ਹੈ। ਕਿਤੇ ਕਿਤੇ ਮਹਾਰਾਜ ਨੇ ਇਸ ਤਰ੍ਹਾਂ ਸਾਨੂੰ ਹੁਲਾਰਾ ਵੀ ਦਿੱਤਾ ਕਿ ਪਸ਼ੂਆਂ ਵਰਗੀ ਜ਼ਿੰਦਗੀ ਕਿਉਂ ਜਿਉਂਦਾ ਪਿਆ ਹੈ। ਫਿਰ ਸਤਿਗੁਰੂ ਮਹਾਰਾਜ ਨੇ ਕਿਹਾ ਗਰਭ ਕਰਤ ਹੈ ਦੇਹ ਕੋ, ਬਿਰਸੈ ਛਿਨ ਮੈਂ ਮੀਤ। ਉਹ ਮਿੱਤਰਾ ਜਿਹਦਾ ਮਾਨ ਕਰਦਾ ਇਹਨੇ ਛਿਨ ਵਿੱਚ ਬਿਰਸ ਜਾਣਾ। ਮਹਾਰਾਜ ਨੇ ਇਸ ਤਰ੍ਹਾਂ ਲੜੀ ਪਰੋਈ ਹੈ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਗਤ ਦੀ ਰਚਨਾ ਝੂਠੀ ਹੈ, ਜਗ ਰਚਨਾ ਸਭ ਝੂਠ ਹੈ, ਜਾਨ ਲਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਫਿਰ ਮਹਾਰਾਜ ਕਹਿੰਦੇ ਉਹ ਮਿੱਤਰਾ ਯਾਦ ਰੱਖੀ, ਇਸ ਸੰਸਾਰ ਦੇ ਵਿੱਚ ਬੜੇ ਬੜੇ ਉਹ ਲੋਕ ਆਏ ਜਿਨ੍ਹਾਂ ਨੇ ਆਪਣਾ ਇਸ ਸੰਸਾਰ ਵਿੱਚ ਇਉਂ ਸਮਝ ਲਿਆ ਸੀ ਕਦੀ ਜਾਣਾ ਹੀ ਨਹੀਂ। ਮਹਾਰਾਜ ਕਹਿੰਦੇ ਝਾਤ ਮਾਰ ਕੇ ਦੇਖੋ ਕਿ ਲੱਭਦਾ ਉਹਨਾਂ ਵਿੱਚ ਕੋਈ ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਮਹਾਰਾਜ ਲੜੀ ਪਰੋਂਦਿਆਂ ਪਰੋਂਦਿਆਂ ਅੱਗੇ ਕਹਿੰਦੇ ਜਾਂਦੇ ਸਨ ਕਿ ਸੰਗ ਸਖਾ ਸਭ ਤਜ ਗਏ, ਕੋਉ ਨ ਨਿਭਿਓ ਸਾਥ। ਮਹਾਰਾਜ ਕਹਿੰਦੇ ਦੱਸੋ ਸਾਥ ਨਿਭਣ ਵਾਲਾ ਕੌਣ। ਤੇ ਇਸ ਤੋਂ ਪਿਛਲਾ ਜਿਹੜਾ ਸ਼ਲੋਕ ਸੀ ਮਹਾਰਾਜ ਨੇ ਉਹਦੇ ਵਿੱਚ ਬੜੀ ਕਿਰਪਾ ਕੀਤੀ। ਕਹਿੰਦੇ ਨਹੀਂ, ਤੁਹਾਨੂੰ ਇੱਕ ਲੜੀ ਪਰੋਂਦਿਆਂ ਪਰੋਂਦਿਆਂ ਮਹਾਰਾਜ ਕਹਿੰਦੇ ਮੈਂ ਬਹੁਤ ਕੁਝ ਤੁਹਾਨੂੰ ਦੱਸ ਰਿਹਾ ਹਾਂ ਵੀ ਇਹਦਾ ਜਗਤ ਦੀ ਰਚਨਾ ਝੂਠੀ ਹੈ, ਗਰਭ ਨਾ ਕਰ ਮਾਇਆ ਚ ਮਨ ਫਸਿਆ, ਕੁਝ ਨਹੀਂ ਨਾਲ ਜਾਣਾ। ਅਖੀਰਲੇ ਦੋ ਸ਼ਲੋਕਾਂ ਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜੀ ਰਹਿਮਤ ਕੀਤੀ। ਕਹਿੰਦੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਮਹਾਰਾਜ ਕਹਿੰਦੇ ਨਾਮ ਰਹੇਗਾ, ਉਹਨੂੰ ਜਪਣ ਵਾਲੇ ਰਹਿਣਗੇ, ਗੁਰੂ ਪਰਮੇਸ਼ਰ ਸੰਸਾਰ ਤੇ ਰਹੇਗਾ, ਪਰ ਜਪਿਆ ਕਿੰਨਾ ਨੇ। ਮੈਂ ਕਹਿੰਦਾ ਦੇਖੋ ਲੜੀ ਵੇਖੋ, ਗੁਣ ਗੋਬਿੰਦ ਗਾਇਓ ਨਹੀਂ ਤੋਂ ਸ਼ੁਰੂ ਕਰਕੇ ਕਹਿੰਦੇ ਜਪਿਆ ਕਿੰਨੇ ਹੈ। ਇੱਕ ਲੜੀ ਪਰਾਉਂਦੇ ਹੁੰਦੇ ਨਾ ਮਹਾਰਾਜ ਬਾਰ-ਬਾਰ ਸਮਝਾਉਂਦੇ ਆ, ਅਖੀਰ ਚ ਕਹਿੰਦੇ ਨੇ ਦੱਸੋ ਗਾਇਆ ਕਿੰਨੇ ਹੈ। ਤੇ ਗੁਰਮੁਖੋ ਜੇ ਗਾਇਆ ਹੈ ਤੇ ਉਹ ਸੰਸਾਰ ਤੇ ਸਦੀਵੀ ਹੈ। ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਮਾਪਤੀ ਕਰ ਰਹੇ ਨੇ ਸ਼ਲੋਕਾਂ ਦੀ, ਤੇ ਮੇਰੇ ਸਾਹਿਬ ਨੇ ਕਿਰਪਾ ਕੀਤੀ ਅੱਜ ਵਾਲਾ ਜਦੋਂ ਸ਼ਲੋਕ 57 ਨੰਬਰ ਅਸੀਂ ਵਿਚਾਰਨਾ। ਆਓ ਪਹਿਲਾਂ ਉਹਦੇ ਅਰਥ ਸਮਝੀਏ। ਮਹਾਰਾਜ ਕਿਰਪਾ ਕਰ ਰਹੇ ਨੇ ਕਿ ਰਾਮ ਨਾਮ ਔਰ ਮੈਂ ਗਹਿਓ। ਰਾਮ ਦਾ ਅਰਥ ਅਸੀਂ ਅੱਗੇ ਕਈ ਵਾਰ ਵਿਚਾਰਿਆ ਹੈ ਕਿ ਰਾਮ ਦਾ ਭਾਵ ਰਮਿਆ ਹੋਇਆ ਪਰਮਾਤਮਾ, ਪਰ ਜਿੱਥੇ ਕਿਹਾ ਕਿ ਰਾਮ ਗਇਓ ਰਾਵਣ ਗਇਓ, ਉਹਦੀ ਅਸੀਂ ਵਿਚਾਰ ਕਰ ਚੁੱਕੇ। ਉਹ ਰਾਮ ਜਿਹੜਾ ਹੈ ਇੱਕ ਰਾਜਾ ਹੈ, ਉਹਦਾ ਜ਼ਿਕਰ ਵੀ ਮਹਾਰਾਜ ਨੇ ਕੀਤਾ। ਇੱਥੇ ਰਾਮ ਦਾ ਅਰਥ ਰਾਜਾ ਨਹੀਂ,
महाराज कहते राम, अगे शब्द आ गया नाम, रमे हुए राम दा, परमेश्वर दा नाम किथे रखना है, टकाउना किथे है। महाराज कहते राम नाम और कहते ने हिरदे नूं, और मैं आप अगे कई बार विचारिया कि गुरु तेग बहादुर महाराज जी ने जिहड़े शब्द मैं शब्द वरतिया ना, मम्मा ते हाहे नूं सिहारी वाला नहीं वरतिया महाराज ने, उन्हां दी शब्दावली है। ਇਹਦੇ अर्थ कदे कदे आउंदे आ अपने आप ਨੂੰ ਸੰਬੋਧਨ मैं शब्द बिंदी नाल, ਜਦੋਂ ਅਸੀਂ ਬਿੰਦੀ ਤੋਂ ਬਿਨਾਂ ਇਹਦਾ ਉਚਾਰਨ ਕਰਾਂਗੇ ਮੈਂ, ਇਹਦਾ ਅਰਥ ਹੋ ਜਾਂਦਾ ਵਿੱਚ। ਇੱਥੇ ਮਹਾਰਾਜ ਜਿਹੜਾ ਕਹਿ ਰਹੇ ਨੇ ਇੱਥੇ ਮੈਂ ਦਾ ਅਰਥ ਹੈ ਵਿੱਚ, ਰਾਮ ਨਾਮ ਔਰ ਮੈਨੇ ਹਿਰਦੇ ਵਿੱਚ ਗਹਿਓ, ਗਹੇ ਦਾ ਮਤਲਬ ਹੁੰਦਾ ਪਕੜਨਾ। ਮਹਾਰਾਜ ਕਹਿੰਦੇ ਨੇ ਰਾਮ ਨਾਮ ਔਰ ਮੈਂ ਗਹਿਓ। गुरु तेग बहादुर महाराज जी कह लो, समझ लो कि अज वाला अखीरला श्लोक गुरु तेग बहादुर महाराज जी के जीवन की व्याख्या कर रहे हैं। अगे भी आप विचारिया कि कई शब्द जिहड़े महाराज का खुद अपना जीवन बयान करते हैं। अज महाराज कह रहे हैं कि राम नाम हिरदे विच मैं परमात्मा के नाम नूं पकड़िया होया, गयो मैंने पकड़ लिया है। राम नाम और मैं गयो, तो मित्रों याद रखियो जिहड़ा हिरदे च पकड़िया ना, जाके सम नहीं कोई, सम का मतलब हुंदा बराबर। महाराज कहते ओदी बराबरता नहीं जी कोई कर सकता परमेश्वर के नाम की, जिन्होंने मैं हिरदे च टकाया होया है। राम नाम और मैं गहिओ जाकै सम नहीं कोई, जेह सिमरत, उसे नाम का जिक्र करदे महाराज कहते उन्होंने याद कीतिया संकट मिटाए, दुख कलेश झगड़े सारे दे सारे संकट मिट जाते हैं। कल्ले संकट ही नहीं मिटते, दर्श तुहारो होए। महाराज कहते वाहिगुरू परमात्मा नाल एक मिकता हासिल हो जाती है, ਉਹਦੇ ਦੀਦਾਰ ਹੋ ਜਾਂਦੇ ਆ। ਇਹ ਸੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਦੇ ਅਖਰੀ ਅਰਥ ਕਿ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਗਹਿਆ ਹੋਇਆ, ਪਕੜਿਆ ਹੋਇਆ ਹੈ, ਜਿਹਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ। ਤੇ ਮਹਾਰਾਜ ਕਹਿੰਦੇ ਉਹਨੂੰ ਜਪਣ ਨਾਲ ਸਾਰੇ ਸੰਕਟ ਮਿਟ ਜਾਂਦੇ, ਉਹਦੇ ਦੀਦਾਰ ਹੋ ਜਾਂਦੇ। ਮੈਂ ਉਹਨੂੰ ਤਿੰਨ ਭਾਗਾਂ 'ਚ ਲਵਾਂਗਾ ਅੱਜ ਵਾਲੇ ਸ਼ਬਦ ਨੂੰ। ਪਹਿਲੀ ਗੱਲ ਅਸੀਂ ਲਵਾਂਗੇ ਕਿ ਪਰਮਾਤਮਾ ਦਾ ਨਾਮ, ਫਿਰ ਅਸੀਂ ਕਹਾਂਗੇ ਕਿ ਹਿਰਦੇ ਅੰਦਰ ਗਹਿ ਪਕੜਨਾ ਕੀ ਹੁੰਦਾ ਹੈ, ਤੇ ਉਹਦੀ ਬਰਾਬਰਤਾ ਨਹੀਂ ਕੋਈ ਕਰ ਸਕਦਾ। ਇਹਨੂੰ ਅਸੀਂ ਇਸ ਤਰ੍ਹਾਂ ਲੜੀ ਬਣਾਵਾਂਗੇ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹੁਣ ਦੇਖੀਏ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਓਨੀ ਦੇਰ ਨਹੀਂ ਟਿਕ ਸਕਦਾ ਜਿੰਨੀ ਦੇਰ ਗੁਰੂ ਆਪਣਾ ਸਿਰ ਦੇ ਉੱਤੇ ਹੱਥ ਨਾ ਰੱਖੇ, ਓਨੀ ਦੇਰ ਟਿਕਦਾ ਨਹੀਂ ਹੈ ਪਰਮਾਤਮਾ ਦਾ ਨਾਮ। ਮੇਰਾ ਹੀ ਯਾਰ ਹੈ ਰਤਨ ਨਾਮ ਹਰ ਵਸਿਆ, ਰਾਮ ਨਾਮ ਔਰ ਮੈਂ ਗਹਿਓ। गुरु रामदास महाराज कहते मेरा ही यह रतन नाम हर बसिया, पर बसिया कदों गुर हाथ धरिओ मेरा माथा। जो गुरु ने मेरे मथे उत्ते मेरे सिर के उत्ते हथ रख दिता, वो परमेश्वर का नाम हिरदे विच टिक गया। तो महाराज कहते होया कि उस तो बाद जन्म जन्म के किल विख दुख उतरे, गुर नाम दियो रिन लाथा। जो गुरु ने अपना नाम दिता ना, राम नाम और मैं गहिओ, गुरु रामदास महाराज कहते जो हिरदे च टिक गया परमेश्वर का नाम, जन्म जन्म के किल विख दुख उतरे, जिहदी बराबरता कोई नहीं कर सकता। ते जे सिमरत संकट मिटे है, ते महाराज कहते हैं कि जन्म जन्म के किल विख दुख उतरे, गुर नाम दियो। गुरु ने नाम हिरदे च टकाया, रिन लाथा। रिन का मतलब है करजा रह गया। महाराज कहते जिहड़ा चढ़िया पिया सी ना विकारां दा, वो सारे का सारा करजा मेरे गुरु ने उतार दिता। गुरु ग्रंथ साहिब महाराज जी की बाणी जो देखते हैं तो महाराज कहते हिरदै नाम बसायो, राम नाम और मैं गहिओ। हिरदै नाम बसायो, घर बैठे गुरु ध्यायो। महाराज कहते हिरदे विच परमात्मा का नाम टकाउणा है। फिर सतगुरु महाराज कहते जित पार ब्रह्म चित आया सो घर, राम नाम और मैं गहिओ। जित पार ब्रह्म चित आया सो घर दई वसाया। उस परमेश्वर वाहिगुरु ने घर हिरदा वसा दिता जिथे परमेश्वर का नाम टिक गया है। सतगुरु गुरु ग्रंथ साहिब महाराज जी की बाणी च मेरे साहब कहते धुर की बाणी आई, क्योंकि मैं जिहड़े प्रमाण लै रहा वो इस करके लै रहा कि हिरदे च परमेश्वर के नाम तो बिना रहमत नहीं वरतनी। महाराज कहते हैं धुर की बाणी आई। धुर की बाणी आई का अर्थ ये नहीं करना भी आकाश विचों कोई आई चीज है। धुर का अर्थ है हिरदा, अंदर परमात्मा वाहिगुरु परमेश्वर ने जो गुरु नूं बख्शिया, उस हिरदे विचों गुरु दे जो बोल निकले साडे सामने ने, यही बोल जो हिरदे विच टिक जाते हैं तो महाराज कहते फिर हुंदा की है। धुर की बाणी आई तिन सगली चिंत मिटाई। सारियां चिंतावां दुख कलेश मिट जाते हैं। सतगुरु गरीब निवास सच्चे पातशाह का मतलब नाम की इन्नी चर्चा है, असीं पिछले शब्दों में भी विचारिया कि ये तो बिना गुरमुखों छुटकारा कोई नहीं है। हुण महाराज कहते हैं हिरदे च वसाउणा है
एक वचन मैनूं चेते आया सतगुरु गुरु अमरदास महाराज जी का। महाराज कहते भी जुबान तो ते सारे रट रहे ने, कोई वाहिगुरु कह रहा, कोई सतनाम कह रहा, कोई हरि कह रहा, कोई अल्लाह कह रहा, कोई खुदा कह रहा, कोई बीटल कह रहा, अपने अपने ढंग नाल सारे कह रहे हैं परमात्मा के नाम तो सारे जपते हैं। गुरु अमरदास महाराज जी कहते हैं गुरमुखो जुबान तो बाद उन्हें हृदय तक पहुँचना तां रहमत वरतनी है। मुखों हर हर सब को कहे, सब को का मतलब सब कोई। इत्थे महाराज ने कोई धर्म की गल, जात की गल, वर्ण की गल, ऊच नीचता की गल, ये भिन्न भेद ही खत्म कर दिता। महाराज जी कहते कोई भी होगा भला। सतगुरु गुरु अमरदास महाराज जी कृपा कर रहे हैं। मेरे साहब कहते देखो मुखों हर हर सब को करे, विरले हृदय वसाया, ते जिहदे हृदय विच वसेगा मुक्ति उहनूं प्राप्त होनी है। नानक जिनका हृदय वसिया मोख मुकत तिन पाया। ਇਹਦਾ मतलब हो गया कि जिवें बाणी च बाहर कहते कबीर साहब जी कबीर राम कहन मैं भेद है। ਇਹਦਾ मतलब कोई भेद वाली गल तो है ना जिहड़ी समझ नहीं सानू पै रही। मान लो असीं 2 घंटे बंदा उठता है, मेहनत भी करता है, तो वो उठ के परमात्मा वाहिगुरू का कोई भी नाम जिहड़ा है वो अपने गुरु के दसे मुताबक को जप रहा है, तो गुरमुखो जो 2 घंटे या घंटा या अद्धा घंटा जिन्ना समा उन्हें लाया परमात्मा वाहिगुरू के नाम के संबंधी, पर वो नाम हृदय च गया। हृदय च जान का की मतलब होया? हृदय जान तो भाव जो जिन्नी की समझ आ रही, मैं नहीं कि जो मैं कह रहा ये अखीर साची है, जिन्नी गुरु ने समत बख्शी है, जिन्नी गुरु सोची बख्शी, वो मुताबिक जो समझ आ रही है। गुरमुखो हृदय च परमात्मा के नाम टिकण का मतलब है जो नाम टिकदा मनुख के अंदर तब्दीली आती है। मैं नहीं कह रहा बाणी च सारा कुछ कहना। भगत कबीर साहब जी कहते हैं की निशानियां होंदियां ने हृदय च नाम टिकण दियां। कबीर गूंगा हुआ बावरा बहरा हुआ कान, पाँव ते पिंगल भरिया मारिया सतगुर बाण। गुरु ने अंदर जो शब्द का बाण मार के हिरदा विन के रख दिता तो तब्दीली की आई। कबीर गूंगा हुआ, कहते गूंगा हो गया मैं। बावरा कन्ना तो बोला भी हो गया। कबीर गूंगा हुआ बावरा बहरा हुआ कान, पाँव ते पिंगल भरिया, पैरों तो मैं पिंगला हो गया, हथां तो लूला हो गया है। कदों जो गुरु ने अंदर शब्द दिता। हुण इहदा अर्थ की हो गए? अखरी अर्थ बारी ये हो गए, भाव अर्थ की बन गए? भाव अर्थ बन गए कबीर साहब कहते मेरी हुण जिहड़ी जुबान है ना, ਇਹਦਾ मतलब ये नहीं कि कबीर साहब कुछ कर रहे हैं, नहीं अपने ते गल लैके सानू समझा रहे हैं। कहते नाम जपण तो बाद तब्दीली है कि जिहड़ी जुबान है ये चुगली निंदिया तो मुक्त हो जाए, बच जाए बंदा। नहीं बचदा गुरमुखो जिन्ना मर्जी जोर ला लो, ये स्वाद ही हो जिहा है। बंदा दूजे की निंदिया होंदी है, अपनी उस्तत होंदी है, 4 घंटे भी कढ़ देगा, तो अपनी निंदिया दूजे की उस्तत होंदी है तो कहता चंगा मैं चलदा। फिर ये हकीकत है, सच्चाई है, सारी असल दे विच ये रस ही असल जिहो जिहा है। क्योंकि बाणी च बाहर क्या ਇਹਦਾ दारू ही कोई नहीं है, ਇਹਦੀ दवा ही कोई नहीं लभदी। औखत सभे कीतियां निंदक का दारू ना है। जिथे 4 जाने बैठे होण उत्थे बस वही गल्लां चल रही ने, उन्हें आ करता, इन्हें आ करता, फलाने ने आ करता। वो किसी की मड़ी च नहीं पैना गुरमुखो। असी मेरे कई बार शब्द कोडे भी हो जाते हैं, किसी की मड़ी च किसी ने नहीं पैना। कोई की करदा की नहीं करदा अपने अंदर झात मार के देखिए। अपने गिरवान में सिर नीवा कर देख, अपने अंदर झात मार के देखिए भी मैं की कर रहा। मैंने एक गल चलो विचों चेते आ गई। कोई महात्मा सी ते उन्होंने ना कोई उन्होंने सेवादार भेजा किते काम वास्ते। कहानी तो चलो होर है, मैं सिर्फ वो तत्त ले रहा कि वो कहते उन्हें जाके गजे वास्ते कह लो या माया वास्ते भेजा, तो उन्होंने लिया के कहते भी इन्हें जी अज ना चोरी कर ली है, इस बंदे ने अज चोरी कर ली है। वो कहते फिर की होना चाहिए? कहते होना की है, इनू पुट्ठा लटकाओ, इनू डांगा मारो, हथ पैर ये तोड़ो, ये भन्नो ये। वो कहते भी ठीक है, सज़ा तो मिलनी चाहिए है। वो महात्मा कहता भी सज़ा फिर वो बंदा देवे जिन्हें अपनी जिंदगी च कोई कर्म माड़ा ना किया हो, वो सज़ा दो। सारे चुप कर गए, कहते वो सज़ा दो। दूसरे को कहना बहुत सौखा होता है, पर बंदा अपने अंदर झात मार के देखे। क्योंकि हर एक का मैनू अपने अंदर की है मैनू पता होता, मैं दूजे के हृदय नहीं जानता। मेरे अंदर किन्ने वकार ने, किन्ना पापी, किन्ना पखंडी है, तो मैनू खुद नूं पता ना। दूजे बंदे नूं की पता मेरे बारे? तो मेरी गल्लां सुन सकता, वाह वाह बाबा कथा करता बड़ी, पर मेरा अंदर की है ये तो किसी को नहीं पता। ये तो गुरु जानता है, होर नहीं कोई जानता। मैं जी बेनती कर रहा क्योंकि अज का जो प्रकरण चलता है, महाराज कहते हृदय च परमेश्वर का नाम टिकना है।
कि ਉਹਦੀ ਤਬਦੀਲੀ ਇਹ ਹੁੰਦੀ ਹੈ ਵੀ ਉਹਦੀ ਜ਼ੁਬਾਨ ਤੋਂ ਚੁਗਲੀ ਨਿੰਦਿਆ ਝੂਠ ਮੁੱਕ ਜਾਂਦਾ ਹੈ, ਉਹਦੇ ਕੰਨਾਂ 'ਚ ਚੁਗਲੀ ਨਿੰਦਿਆ ਨਹੀਂ ਪੈਂਦੀ। ਇਹ ਹੈ ਤਬਦੀਲੀਆਂ ਆਉਣੀਆਂ ਜਿਹੜਾ ਜਪਣ ਵਾਲਾ ਹੈ। ਤੇ ਮਹਾਰਾਜ ਕਹਿੰਦੇ ਪੈਰ ਗਲਤ ਰਸਤੇ ਤੇ ਨਹੀਂ ਜਾਂਦੇ, ਉਹਦੇ ਗਲਤ ਵਰਨੇ ਪੈਰ ਨਹੀਂ ਜਾਣਗੇ, ਉਹਦੇ ਹੱਥ ਬੁਰਾ ਨਹੀਂ ਕਰਨਗੇ। ਇਹਦਾ ਮਤਲਬ ਹੈ ਕਿ ਅੰਦਰ ਨਾਮ ਨੇ ਕੋਈ ਤਬਦੀਲੀ ਜਾਂਦੀ ਹੈ, ਜਿਹਦੇ ਅੰਦਰ ਇਹ ਗੁਣ ਆ ਗਏ। ਜਿਹਨੇ ਆਪਣੇ ਜੀਵਨ ਵਿੱਚੋਂ ਸੌਖਾ ਜਿਹਾ ਸਮਝ ਲਓ ਵਿਕਾਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਤੇ ਸਮਝ ਲਓ ਉਹਦੇ ਅੰਦਰ ਪਰਮਾਤਮਾ ਦਾ ਨਾਮ ਟਿਕਣ ਦੀ ਆਪਣੀ ਜਗ੍ਹਾ ਬਣਾ ਰਿਹਾ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ, ਮਹਾਰਾਜ ਕਹਿੰਦੇ ਨੇ ਮੁਖੋਂ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੈ ਹਿਰਦੇ ਵਸਿਆ ਮੋਖ ਮੁਕਤ ਤਿਨ ਪਾਇਆ। ਉਹਨੇ ਮੋਖ ਮੁਕਤੀ ਦੀ ਪ੍ਰਾਪਤ ਕੀਤੀ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕਦਾ ਹੈ। ਤੇ ਮਹਾਰਾਜ ਕਹਿੰਦੇ ਨੇ ਇਹਨੂੰ ਟਿਕਾਉਣ ਵਾਸਤੇ ਭਾਂਡਾ ਅੰਦਰ ਬਣਾ। ਪਹਿਲਾਂ ਅੰਦਰ ਤੇ ਗੰਦਮੰਦ ਭਰਿਆ ਪਿਆ ਸੀ, ਤੇ ਰੱਬ ਕਿੱਥੇ ਬਵੇ, ਉਹ ਟਿਕੇ ਕਿੱਥੇ? ਉਹਦਾ ਨਾਮ। ਸਤਿਗੁਰੂ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵ ਤੋ ਦੂਧੇ ਕੋ ਜਾਵੋ। ਇਹ ਅੰਦਰਲੀ ਗੱਲ ਹੈ। ਹਿਰਦੇ ਨੂੰ ਮਹਾਰਾਜ ਕਹਿੰਦੇ ਜਿੱਥੇ ਨਾਮ ਨੇ ਟਿਕਣਾ ਨਾ, ਉਹਨੂੰ ਧੋ, ਉਹਨੂੰ ਬਣਾ, ਉਹਨੂੰ ਚੰਗੀ ਤਰ੍ਹਾਂ ਮਾਂਜ ਸਾਫ਼ ਕਰ। ਤੇ ਸਾਫ਼ ਹੋਣਾ ਕਿਵੇਂ ਹੈ? ਕੋਈ ਬਾਹਰੋਂ ਤਾਂ ਯਤਨ ਕਰਨਾ ਨਹੀਂ ਪੈਣਾ। ਪ੍ਰਭ ਕੈ ਸਿਮਰਨ, ਵੇਖੋ ਸਾਰਾ ਕੁਝ ਬਾਣੀ 'ਚ ਰੱਖਿਆ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਇਹਦਾ ਮਤਲਬ ਨਾਮ ਹੀ ਅੰਦਰੋਂ ਮੈਲ ਬਾਹਰ ਕੱਢ ਕੇ ਸੁੱਟੇਗਾ। ਤੇ ਜਦੋਂ ਮੈਲ ਅੰਦਰੋਂ ਕੱਢ ਕੇ ਬਾਹਰ ਸੁੱਟੀ, ਫਿਰ ਉੱਥੇ ਟਿਕਣੀ ਕਿਹੜੀ ਚੀਜ਼ ਹੈ ਬਈ? ਮਹਾਰਾਜ ਕਹਿੰਦੇ ਨੇ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਰਿੱਧ ਹਿਰਦਾ ਆ ਗਿਆ ਨਾ, ਫਿਰ ਉੱਥੇ ਮਹਾਰਾਜ ਕਹਿੰਦੇ ਉਸ ਹਿਰਦੇ ਵਿੱਚ ਨਾਮ ਟਿਕ ਜਾਏ। ਖੈਰ ਇਹਦੇ ਤੇ ਜ਼ਿਆਦਾ ਸਮਾਂ ਨਾ ਲੱਗ ਜਾਏ, ਆਪਾਂ ਸਾਰੇ ਸ਼ਬਦ ਨੂੰ ਉਹਦੀ ਵਿਆਖਿਆ ਕਰਨੀ। ਮਹਾਰਾਜ ਕਹਿੰਦੇ ਜਿਹਦੇ ਬਰਾਬਰ ਕੋਈ ਹੋਰ ਨਹੀਂ, ਇਹਦੀ ਵੀ ਨਾਲ ਹੀ ਆਪਾਂ ਵਿਆਖਿਆ ਕਰ ਲੈਂਦੇ ਵੀ ਉਹਦੇ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੁਝ ਨਹੀਂ ਹੋਰ, ਉਹਦੇ ਤੁੱਲ ਕੁਝ ਨਹੀਂ, ਸਮਾਨ ਕੁਝ ਨਹੀਂ ਉਹਦੇ। ਹੁਣ ਮੈਂ ਸੁਖਮਨੀ ਸਾਹਿਬ ਦੇ ਵਿੱਚੋਂ 3 ਕੁ ਬੰਦ ਪੜ੍ਹਨੇ ਆ ਅਸ਼ਟਪਦੀ ਦੇ। ਹੋ ਸਕਦਾ ਮੈਨੂੰ ਕੋਈ ਤੁਕ ਭੁੱਲ ਵੀ ਜਾਵੇ ਤੇ ਖਿਮਾ ਕਰ ਦਿਓ ਜੇ। ਮੈਂ ਉਹਦੇ ਅਰਥ ਜ਼ਿਆਦਾ ਨਹੀਂ ਕਰਨੇ, ਕਿਉਂਕਿ ਜੇ ਉਹ 3 ਪਦਿਆਂ ਦੇ ਮੈਂ ਅਰਥ ਕੀਤੇ ਸਮਾਂ ਬੜਾ ਨਿਕਲ ਜਾਣਾ। ਅਰਥ ਸੌਖੇ ਜਿਹੇ ਨੇ, ਸਮਝ ਆਈ ਜਾਣੇ ਆ। ਉਹ ਸ਼ਲੋਕ ਹੈ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਹੁਣ ਮੈਂ ਬੋਲਣ ਲੱਗਾ ਵੀ ਜਿਹਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ ਪਰਮੇਸ਼ਰ ਦੇ ਨਾਮ ਦੀ, ਉਹਦੇ ਬਰਾਬਰ ਕੋਈ ਜਪ ਤਪ ਕੋਈ ਚੀਜ਼ ਜਿਹੜੀ ਉਹਦੇ ਬਰਾਬਰ ਨਹੀਂ ਹੈ। ਮਹਾਰਾਜ ਨੇ ਸ਼ਲੋਕ ਤੋਂ ਬਾਅਦ ਅਸ਼ਟਪਦੀ ਸ਼ੁਰੂ ਹੁੰਦੀ ਹੁਣ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ, ਸਾਰੇ ਸ਼ਾਸਤਰ ਘੋਖ ਕਰਕੇ ਦੇਖ ਲਏ ਹੈ। ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ, ਉਹ ਬੜਾ ਅਮੁੱਲ ਹੈ ਪਰਮਾਤਮਾ ਦਾ ਨਾਮ, ਉਹਦੀ ਕੀਮਤ ਕੋਈ ਨਹੀਂ। ਅੱਗੇ ਮਹਾਰਾਜ ਅਸ਼ਟਪਦੀ ਸ਼ੁਰੂ ਕਰਦੇ ਨੇ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧਿ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ। ਤੇ ਅਖੀਰਲੀ ਤੁਕ ਕਿਹੜੀ ਹੈ? ਨਹੀਂ ਤੁਲ ਰਾਮ ਨਾਮ ਵਿਚਾਰ, ਜਾ ਕੇ ਸਮ ਨਹੀਂ ਕੋਏ। ਮਹਾਰਾਜ ਕਹਿੰਦੇ ਨੇ ਜਿਹਦੀ ਬਰਾਬਰਤਾ ਕੋਈ ਨਹੀਂ ਹੋਰ ਕਰ ਸਕਦਾ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ, ਕਿਰਪਾ ਕਰ ਰਹੇ ਨੇ ਕਿ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਗਿਆਨ। ਇਹ ਸਾਰੇ ਕਰਮ ਕਾਂਡਾਂ ਦਾ ਜ਼ਿਕਰ ਹੋ ਰਿਹਾ ਪੂਰੀ ਇਸ ਪਦੇ ਵਿੱਚ ਕਿ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਗਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਅਗਲਾ ਪਦਾ। 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਅਗਨ ਮਾਏ ਹੋਮਤ ਪ੍ਰਾਨ, ਕਨਕ ਅਸਰ ਹੈਵਰ ਭੂਮ ਦਾਨ, ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਵੀ ਹਉਮੈ ਮੈਲ ਨ ਜਾਵੇ, ਹਰ ਕੇ ਨਾਮ ਸੰਸਰ ਕਛ ਨਾਹਿ, ਨਾਨਕ ਗੁਰਮੁਖ ਨਾਮ ਜਪਤ ਗਤ ਬਾਹੇ। ਚਲੋ ਤੀਸਰਾ ਵੀ ਨਾਲ ਹੀ ਪੜ੍ਹ ਲਈਏ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗਮਾਨ ਨਾ ਮਨ ਤੈ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਵਿਖਿਆ ਟਰੈ, ਜਲ ਧੋਵੇ ਬਹੁ ਦੇਹ ਅਨੀਤ, ਸ਼ੁੱਧ ਕਹਾ ਹੋਏ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਮੁਦਰੇ ਪਦਤ ਬਹੁ ਮੂਚ। ਇਹ ਪੂਰੀ ਤੁਸੀਂ ਪੜ੍ਹਿਓ ਘਰੇ ਜਾ ਕੇ ਵੀ। ਇਸ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਵਾਲਾ ਸ਼ਲੋਕ ਹੈ। ਇਸ ਤੋਂ ਅੱਗੇ ਤੁਸੀਂ ਇਹ ਅਸ਼ਟਪਦੀ ਪੂਰੀ ਪੜ੍ਹ ਕੇ ਦੇਖਿਓ ਤੇ ਅਰਥ ਨਾਲ ਦੇਖ ਲਿਓ ਜੇ
किन्नी नाम की वडियाई जिहदी बराबरता कोई नहीं कर सकता। इस अष्टपदी में उसका जिक्र किया महाराज ने। खैर मैं जी बेनती कर रहा, महाराज कहते जिहदी बराबरता कोई नहीं कर सकता, उसके तुल कुछ नहीं, उसके समान कुछ नहीं। एक गुरु अर्जन देव का शब्द लै लीए, हुण मैं बोल रहा कि जिहदी बराबरता कोई नहीं कर सकता। पहला मैं बोलिया कि हिरदे विच परमात्मा का नाम टिकना चाहिए। हुण जिहड़ा नाम है वो इन्नी महिमा महाराज कर रहे हैं कि वो बराबर कुछ है ही नहीं। वो हुण गुरु अर्जन देव महाराज ने बड़ी किरपा की। एक शब्द है अष्टपदी के रूप में, वो 8 बंद ने, ते 8 बंदा में गुरु अर्जन देव महाराज ने किरपा करके सारे भरम दूर कर दिते कि परमेश्वर के नाम की बराबरता नहीं कर सकता कोई। वो शब्द है पाठ पढ़ियो और वेद विचारियो निवल भयंगम साधे, पंच जना स्यो संग न छुटकियो अदक आहां बुद्ध बाधे। हुण मैं बोल रहा जिहदी बराबरता कोई नहीं परमात्मा के नाम की कर रहा। महाराज कहते हैं कि पाठ पढ़ियो और वेद विचारियो। बंदे ने मान लो कई तरह के धार्मिक ग्रंथ पढ़े ने, वेदां की विचार की है, न्योली कर्म भी जोगियां वाले किए हैं, तो गुरु अर्जन देव सच्चे पातशाह महाराज कहते हैं पर अंदरों हिरदे विचों विकारां ते इउं कह लो अहम जिहड़ी बुद्ध है वो खत्म नहीं की इन्हां कर्मकांडां ने। पाठ पढ़ियो और वेद विचारियो निवल भयंगम साधे, पंच जना सो संग न छुटकियो अदक आहां बुद्ध बाधे, प्यारे इन विद मिल ना जाई मैं किए कर्म अनेकां, हार परियो स्वामी के द्वारा दीजे बुद्ध विवेका। वैगुरु मैं सारे कर्म कांड करके देख ले ने, इन्हां कर्म कांडां विचों अंदर नूं कोई तब्दीली नहीं आई, मैनूं विवेक बुद्ध दे। अगे मारे कहते मौन भयो करपाती रहियो। कौन नाम की बराबरता कर सकता भाई? मौनी बंदा हो जाए, मान लो मुख तो बोलता नहीं, ते नाम बोलने वाले के अंदर किते परमात्मा का नाम टिक जाता है। मारे कहते नहीं, मौन भयो करपाती, कर कहते ने हत्थां नूं, पाती कहते पत्थर नूं। महाराज कहते कोई बंदा मान लो मौनी हो गया भी मैं बोलना नहीं मुख तो, कोई कहता मैं हत्थां नूं पत्थर बना लेना, हाँ मैं थाली कोई भांडा कोई नहीं वरतदा, ते महाराज कहते फिर की हो गया जे तू मूँह ते पट्टी बन लैके मैं बोलना नहीं, जे तू अपने हत्थां नूं पत्थर बना लै कि मैं इहदे नाल खाना खाना, ते अंदर नूं की सो गया भाई? मौन भयो करपाती नगन फिरियो मन माही बन माही। मार कहते मान लो कोई कहता भी जिवें आए हैं संसार ते मैं इवें रहना, कोई तन नहीं ढकना। मारे कहते फिर की हो जाएगा भाई? नाम टिक जाएगा अंदर। मौन भयो करपाती रहो नगन फिरियो बन माही, तट तीर सब धरती भरम्यो दुबदा छुटकै नाही। तू तीर्थां दे कंढियां ते जाके जिन्ना मर्जी भटकदा रहे, परमात्मा का नाम नहीं टिक सकता, क्योंकि नाम दे ते जो तू कर रहा हो ते बराबर चीज़ां है ही नहीं। मारे कहते मौन भयो करपाती रहो नगन फिरियो बन माही, तट तीर सब धरती भरम्यो दुबदा छुटकै नाही। मन कामना तीर्थ जाए बस्यो सिर कर वत धराए, मन की मैल ना उतरे एह विद जे लख जतन कराए। कनक कामनी हैवर गैवर बहु दान दातारा, अन्न वस्त्र भूम भव अर्पे न मिलिए हर द्वारा। ये धरारी का द्वार थोड़ा मिलना है। तू कहे मैं दान बहुत किया, मैं पुण्य बहुत किया, मैं ये सारे कर्म किए, मारे कहते हरि का द्वारा नहीं मिलना। जोग सिद्ध आसन 84 ये भी कर रहा। बड़ा हैरान होना मैं जो शब्द पढ़ता है कि एडे एडे बंदे काम करने वाले गुरु साहब कुछ नहीं कह रहे। कहते कोई जोगी बड़ी वड्डी साधना कर रहा भाई, गुरु तो उन्होंने कहता तू तुछ में कुछ भी नहीं कर रहा। तू जोग सिद्ध आसन 84 भी 84 तरह के तू आसन भी बना रहा है। जोग सिद्ध आसन 84 ये भी कर रहा। वड्डी आरजा फिर जन्मे हर्ष्यो संग ना गहिया। ਇਹਦਾ मतलब हरि ਦਾ अंदर ਤੇ तेरे ਟਿਕਾ होया ही नहीं, वो तो अंदर तू परमात्मा का नाम तो पकड़िया ही नहीं। तू है सुरसिद्ध बन गया, जोगी बन गया, एडियां उम्रां अपनियां वधा लियां पर नाम किथे टिकिया। मारे कहते मन काम सतगुरु गुरु अर्जन देव कृपा करने के जोग सिद्ध आसन 84 ये भी कर रहा। वड्डी आरजा फिर जन्मे हर्षो संग न गहिया। राज लीला राजन की रचना करया हुक्म अफारा, सेज सोनी चंदन चोआ नरक घोर का द्वारा। हुण गुरु महाराज कहते नाम दी आओ तुहानूं वडियाई दसीए जिहदी बराबरता कोई नहीं कर सकता। वो है हर कीरत साध संगत है, सिर कर्मण कै कर्मा। भाई परमात्मा दे नाम राम नाम उर मैं गयो जाकै सम नहीं होए। हर कीरत साध संगत है, सिर कर्मण कै कर्मा। कहो नानक तिस भयो प्राप्त जिस पुरब लिखेगा लैना। तेरो सेवक ए रंग माता भयो कृपाल दीन दुख भंजन। हर हर कीर्तन यह मन राता, जिदे हरि परमात्मा का नाम दे विच मन रंग गया, उस बाकी दे सारे कर्म कांडां तो उपर उठ जाता है। आओ थोड़ा जिहा हुण असीं इस शब्द नूं विचार लईए कि जे सिमरत संकट मिटै।
क्योंकि जो अज का श्लोक की असी व्याख्या संपूर्ण कर लैनी है। हुण महाराज कहा नाम ओदी बराबरता कोई नहीं कर सकता, ते ओदे सिमरन नाल संकट मिटै, दर्श तुहारो होए। संकट संकट की हुंदा? कलेश, दुख, इत आदि। मैं हैरान होना जदों सानू कई बार कोई फोन करके पुछदे है, कहते जी तुहाडे गुरुद्वारा साहब तो संकट मोचन मिल जू, तो मैनू बड़ी हैरानगी होती भी संकट मोचन नाम की की चीज़ होती है। भी फिर पुछदा भी वो की है, कहते जी गुटका है संकट मोचन। बड़ा दुख हुंदा उदों अखवाउंदे अपने आप को सिख आ, मत्था गुरु ग्रंथ साहब नूं टेकदे हैं ते संकट मोचन लभदे फिरदे, पता नहीं किन्ने पढ़ाया। कहते जिहदे च बाणी दे शब्द ही है, तो फिर दसो भी वो किहड़े शब्द जिहड़े दुख दिंदे गुरु ग्रंथ साहब विचों। सुखां वाले तो लभ ले ना चुन चुन के भी आह संकट मोचन वाले ने, भी संकट नहीं आउंदा उहदे नाल। ते वो शब्द भी दसो गुरु ग्रंथ साहब विचों जिहड़ा दुख दिंदा होवे भी महाराज आह शब्द तां सानूं दुख दे रिहा है। मैनू खिमा करियो जी असीं सुखमनी सुख अमृत प्रभ नाम भगत जना के मन विश्राम का टिकाणा है ना, असीं पढ़ी तो सारे जाने हैं। तो फिर कहने भी सुखां की मणी चों असीं कहने कोई इहो जिहे शब्द भी बाबा जी दसोगा दुख कटे जाण। मैनू खिमा जरूर कर दिओ साध संगत जी, असीं पता नहीं कित्थे अज खड़े हैं, संकट मोचन लभदे फिरदे भी कोई गुटका मिल जाए बना दिते ने। क्योंकि जिन्हें अपन दुकानदारियां चलाउणियां गुरु की बाणी विचों शब्द कढ़ कढ़ के सानू वहमां भरमां कर्म कांडां च पा रहे हैं। संकट मोचन बना दिते उन्होंने, औखी घड़ी न देखण देई अपना बिरद संभाले, ताती वाओ न लागे पार ब्रह्म शरण आई। ये शब्द चुन चुन के विचों जिहड़े सी ना कि गए कलेश वाले के बड़े शब्द आउंदे इस तरह, वो सारे दे सारे चोण कर करके तो फिर कहते जी आ बना दिता। ये शब्द पढ़ियो तुहानूं दुख कोई नहीं आएगा। वो गुरमुखो एक ओंकार तो लैके पूरे गुरु ग्रंथ साहब की बाणी का कोई शब्द लै लो, वो जिंदगी में सुकून ही सुकून देगा, सुख ही सुख देगा। मैं बेनती कर लग्या कि हुण असीं कहने झगड़े कलेश संकट शब्द आया ना, तो संकट कलेश विचों मैनूं एक दिन एक फोन आया। मैं कोई भी गल कोलों बना के नहीं कह रहा, कोई गुरु की हजूरी है इत्थे, जे कोई झूठ बोलांगे कोई फरेब करांगे गुरु तो जानदा ना, कोई होर ना जाने। ते एक मैनूं फोन आया, कहंदे भाई साहब जी भरता दे अर्थ की ने? भरता, मैं कहा जी भरता दे अर्थ जो पूरा शब्द सामने हो तो मैं वो अर्थ कर सकता भी, पर करन की चलता है। पर जे तुसीं मैनूं पुछदे हो तो गुरु ग्रंथ साहिब च बहु गिनती में भरता शब्द पति वास्ते आउंदा है। ਉਹਦੇ अर्थ ने परमेश्वर, भरता शब्द परमात्मा, पति वैसे ਉਹਦੇ अखरी अर्थ ਦੀ पति बनते हैं तो भाव अर्थ बनता परमात्मा। मैं नाल ही पुछ लिया भी भैणे का पुछण का मतलब की सी, कल्ला भरता शब्द मैनूं क्यों पुछया? वो कहंदी इस करके पुछया कि सानू किसी बाबे ने शब्द दिता है पढ़न वास्ते, तो मैं तां ਉਹਦੇ च आ शब्द लिखिया है पर भरते की समझ नहीं सी लगदी। तो मैं कहा गल की, कहंदे साडा दोवां जीआं दा कलेश बड़ा रहिंदा है, तां मैं शब्द मेरा हुण भरता शब्द उत्थे आ गया ना, तो देण वाले ने भरता शब्द विच पा दिता ਜਾਂ ਪਾਤਾ ਜਾਂ गुरु ग्रंथ साहब का कोई शब्द ले लिया। बड़े शब्द होंगे भरता वाले भी आह शब्द पढ़ी चलो तुहाडे दोवां जीआं दी कलेश नहीं होएगी। एक गल याद रखियो जी, मैं भी विच ही शामिल हाँ। गृहस्थी जिहड़ा बंदा ना, आपां गृहस्थी सारे बैठे हैं, जिहड़ा गृहस्थी बंदा वो कभी दावा नहीं कर सकता साडे दोवां जीआं दे विच कदी कोई 19 कीरी होई। मैं भी विच शामिल हाँ, कदी नहीं कोई दावा कर सकता। तो ये लड़ाई इहो जी नहीं हुंदी कि इहो जी कि एक दूजे का जिहड़ा मन मराउण तक नहीं पहुँच जांदियां गल्लां। वो जिथे दो भांडे किते उच्ची नीवी गल हो जाती है, उन्होंने ये ना बना लिया करो भी पता नहीं ये दोवां जीआं दा कलेश हो गया तो पता नहीं की पहाड़ डिग पिया है। मैं तां कह रहा लोगों ने पता नहीं की बना लिया। मैं हुण तुहानूं गुरु ग्रंथ साहब की बाणी च शब्द दे तुहाडे नाल साझा कर लगा, मैं सारे भरम ही निकल जाने हैं। जे आह शब्द सुन के भी कोई कहे भी साडे घरां च संकट पिया, कलेश पिया, साडे ते झगड़ा लड़ाई झगड़ा पिया रहिंदा दोवां जीआं दा, आह शब्द मैं कबीर साहब का कहन लग्या। इहो जिहा कबीर साहब वर्गा महापुरख कह रहा है, वो कहना मेरी माँ जाके गुआंढियां नूं कहंदी है, भैणे की दसां जदों दा ये रब वाले बन्ने तुर पिया ना, असीं तां सुख नहीं पाया घरे। मैं बाणी का शब्द हुण कहन लगे हैं, असीं तां निक्की निक्की गल नूं लैके बह जांदे भी निक्की मोटी गल होई ते असीं कहंदे भी कलेश पै गया। गुरु ग्रंथ साहब की बाणी च हर प्रकरण ते हर विशा मारी ने रखिया है साडे समझाउण वास्ते। वो 1430 पन्ने किहदे वास्ते है? गल तो एक नहीं निबड़ सकती सी, महाराज कह दिंदे भला एडा वड्डा विस्तार किया भी उदाहरणा दे के बंदे नूं समझ आ जाए। मैं कह लग्या कबीर साहब कहते मेरी माँ कहती है सुनो दराणी सुनो जठानी अचरज एक भयो।
आ मेरी दरानी ते मेरी जठाने मेरे भैने आ मेरे को तेन एक हैरानगी वाली गल दसा, जबकि माला लई नपूते तब ते सुख न भयो। ਜਦੋਂ ਦਾ ਇਹ ਕਬੀਰ ਤੁਰ ਪਿਆ ਨਾ ਮਾਲਾ ਫੜ ਕੇ ਜਿਹੜੇ ਇਹਦੇ ਨਾਲ ਵਾਲੇ ਇੱਕੋ ਜਿਹੇ ਉਹਨਾਂ ਨਾਲ ਤੁਰ ਪਿਆ, ਮੈਂ ਨਹੀਂ ਹਮਰਾ ਕੁਲ ਕੌਣੇ ਰਾਮ ਕਯੋ। ਤੁਸੀਂ ਦੱਸੋ ਮੇਰੀਓ ਭੈਣੋ, ਸਾਡੀ ਕੁਲ ਚ ਕਦੀ ਰੱਬ ਵਾਲੇ ਬੰਨੇ ਕੋ ਤੁਰਿਆ ਸੀ? ਆ ਜਿਹੜਾ ਮੇਰਾ ਪੁੱਤ ਹੈ ਇੱਧਰਲੇ ਬੰਨੇ ਤੁਰ ਪਿਆ ਜੇ। ਇਹ ਤਾਂ ਹੋ ਗਈ ਮਾਂ ਦੀ ਗੱਲ। ਕਬੀਰ ਸਾਹਿਬ ਖੁਦ ਆਪਣੀ, ਮੈਂ ਕਿੰਨਾ ਹੈਰਾਨ ਆ ਮੈਂ ਉਹਨਾਂ ਭਗਤਾਂ ਤੋਂ ਜਿਨ੍ਹਾਂ ਨੇ ਆਪਣੀ ਗੱਲ ਨੂੰ ਛੁਪਾਇਆ ਨਹੀਂ। ਉਹ ਕਹਿੰਦੇ ਮੈਂ ਤੁਹਾਨੂੰ ਦੱਸਦਾ, ਸਾਡੇ ਘਰੇ ਵੀ ਝਗੜਾ ਪੈ ਜਾਂਦਾ, ਕਈ ਵਾਰ ਕਲੇਸ਼ ਪੈ ਜਾਂਦਾ ਹੈ। ਉਹ ਪੈਂਦਾ ਕੀ ਹੈ? ਕਬੀਰ ਸਾਹਿਬ ਕਹਿੰਦੇ ਘਰ ਵਾਲੀ ਮੇਰੀ ਮੈਨੂੰ ਕਹਿੰਦੀ ਹੈ, ਉਹ ਕਹਿੰਦੀ ਆ ਜਿਹੜੇ 4-5 ਤੇਰੇ ਕੋਲ ਰੋਜ਼ ਆਉਂਦੇ ਆ ਨਾ, ਸਿਰਾਂ ਤੇ ਹੱਥ ਪਲੋਸਦੇ ਆਉਂਦੇ, ਮੱਥੇ ਤੇ ਟਿੰਡਾ ਆਪਣੀਆਂ ਲਸ਼ਕਾਉਂਦੇ ਤੁਰੇ ਆਉਂਦੇ ਆ, ਪੋਥੀਆਂ ਹੱਥਾਂ 'ਚ ਫੜੀਆਂ ਹੁੰਦੀਆਂ, ਤੇ ਆਜ ਨੇ ਸਾਰਾ ਦਿਨ ਤੂੰ ਲੱਗਾ ਰਹਿਣਾ, ਇਹਨਾਂ ਨਾਲ ਗੱਲਾਂ ਕਰਦਾ ਰਹਿਣਾ ਸਾਰਾ ਦਿਨ, ਆ ਨਿਆਣਿਆਂ ਦਾ ਕੀ ਬਣੂ? ਇਹ ਮੈਂ ਗੁਰੂ ਗ੍ਰੰਥ ਸਾਹਿਬ ਚੋਂ ਕਹਿਣ ਲੱਗਾ, ਕੋਲੋਂ ਨਹੀਂ ਕੁਝ ਵੀ ਬੋਲਣਾ। ਉਹ ਸ਼ਬਦ ਤੁਸੀਂ ਪੜ੍ਹ ਲਿਓ, ਜਾ ਕੇ ਦੇਖ ਵੀ ਲਿਓ ਜੇ ਆਪਣੇ ਫੋਨਾਂ ਦੇ ਉੱਤੇ, ਕਿਉਂਕਿ ਅੱਜ ਕੱਲ੍ਹ ਕੋਈ ਬੰਦਾ ਬਚ ਨਹੀਂ ਸਕਦਾ ਕਥਾ ਕਰਕੇ। ਅੱਜ ਕੱਲ੍ਹ ਤਾਂ ਹਰ ਬੰਦੇ ਕੋਲੇ ਫੋਨ ਹੈ, ਮੋਬਾਈਲ ਹੈ। ਉਹ ਜਿਹੜੀ ਗੱਲ ਮੈਂ ਬੋਲਾਂਗਾ ਕਮੈਂਟ 'ਚ ਕੱਢ ਕੇ ਵੇਖ ਲਏਗਾ ਵੀ ਆਹ ਸ਼ਬਦ ਭਾਈ ਨੇ ਕੋਲੋਂ ਬਣਾ ਲਿਆ ਕਿ ਹੈਗਾ ਵੀ ਸੀ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਉਹਦੇ ਅਰਥ ਵੀ ਜੋ ਲਿਖੇ ਮੈਂ ਉਹੀ ਕਰਨੇ, ਕੋਲੋਂ ਕੁਝ ਨਹੀਂ ਬਣਾਉਣਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਟੂਟੇ ਤਾਗੇ ਨਖੁੱਟੀ ਪਾਨ, ਇਹ ਥੋੜੇ ਅਰਥ ਕਰਨੇ ਪੈਣੇ ਕਿਉਂਕਿ ਥੋੜਾ ਸ਼ਬਦ ਮਹਿੰਗਾ। ਟੂਟੇ ਤਾਗੇ ਨਖੁੱਟੀ ਪਾਨ, ਦੁਆਰ ਉੱਪਰ ਚਲਕਾਵੇਂ ਕਾਨ। ਕਬੀਰ ਸਾਹਿਬ ਕਹਿੰਦੇ ਪਤਨੀ ਕਹਿ ਰਹੀ ਹੈ ਕਿ ਧਾਗੇ ਜਿਨ੍ਹਾਂ ਬੰਦਿਆਂ ਨੇ ਖੱਡੀ ਦਾ ਕੰਮ, ਜਿਹਦੇ ਦਰੀਆਂ ਹੁੰਦੀਆਂ, ਕਦੇ ਵੇਖਿਆ ਹੋਏਗਾ ਨਾ ਖੱਡੀਆਂ ਵੇਖ, ਮੈਂ ਆਪਣੇ ਬਚਪਨ 'ਚ ਦੇਖੀਆਂ ਨੇ। ਸਾਡੇ ਨਾਨਕਿਆਂ ਦੇ ਬਿਲਕੁਲ ਗਵਾਂਢ ਸੀ ਤੇ ਮੈਨੂੰ ਸਾਰਾ ਕੁਝ ਚੇਤੇ ਆ ਗਿਆ ਜਦੋਂ ਮੈਂ ਸ਼ਬਦ ਵੇਖਿਆ। ਉਸ ਕੱਲੀ ਚੀਜ਼ ਮੈਨੂੰ ਚੇਤੇ ਆ ਗਈ ਜਿਹੜੇ ਅਰਥ ਕੀਤੇ ਵਿਦਵਾਨਾਂ ਨੇ। ਉਹ ਖੱਡੀ ਦਾ ਕੰਮ ਜਿਹੜਾ ਹੁੰਦਾ, ਕਿਉਂਕਿ ਕਬੀਰ ਸਾਹਿਬ ਖੱਡੀ ਦਾ ਕੰਮ ਕਰਦੇ ਆ। ਉਹ ਕਹਿੰਦੇ ਟੂਟੇ ਤਾਗੇ ਨਖੁੱਟੀ ਪਾਨ, ਪਾਨ ਕਿਹਨੂੰ ਕਹਿੰਦੇ ਨੇ? ਜਿਹੜੀ ਮਾਇਆ ਲਾਈ ਜਾਂਦੀ, ਆਟੇ ਨਾਲ ਬਣਾਈ ਜਾਂਦੀ ਨਾ, ਪਹਿਲਾਂ ਸੂਤਰ ਨੂੰ ਲਾਉਂਦੇ ਉਹਨੂੰ ਮਾਇਆ ਬਣਾ ਕੇ, ਕਹਿੰਦੇ ਉਹ ਵੀ ਮੁੱਕੀ ਪਈ ਘਰ ਦੇ ਵਿੱਚ, ਉਹਨੂੰ ਫਿਕਰ ਹੀ ਕੋਈ ਨਹੀਂ। ਟੂਠੇ ਤਾਗੇ ਨਖੁੱਟੀ ਪਾਨ, ਦੁਆਰ ਉੱਪਰ ਝਲਕਾਵੇਂ ਕਾਨ। ਕੰਨ ਦੇ ਨਾਲ ਜਿਹੜੇ ਕਾਨੇ ਲਾ ਕੇ ਰੱਖੇ ਆ ਨਾ, ਲਿਸ਼ਕਦੇ ਪਏ ਆ, ਉਹ ਵੀ ਕੰਮ ਉਹਨਾਂ ਦੀ ਵਰਤੋਂ ਨਹੀਂ ਹੋ ਰਹੀ। ਟੂਟੇ ਤਾਗੇ ਨਖੁੱਟੀ ਪਾਨ, ਦੁਆਰ ਉੱਪਰ ਝਲਕਾਵੇਂ ਕਾਨ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਉਹ ਕਹਿ ਰਹੀ ਹੈ ਕਿ ਇਹ ਹਾਲਾਤ ਇਦਾਂ ਦੇ ਬਣੇ ਪਏ ਨੇ। ਇਹ ਮੁੰਡਿਆ ਸਗਲੋ ਦਰਬ ਹੋਈ, ਆਕਤ ਜਾਤ ਨਾਕ ਸਰ ਹੋਈ। ਇਹਦੇ ਅਰਥ ਪੜ੍ਹ ਕੇ ਵੇਖੋ। ਕਹਿੰਦੇ ਇਸ ਮੇਰੇ ਪਤੀ ਨੇ, ਮੁੰਡਿਆ ਦਾ ਅਰਥ ਕੀਤਾ ਖਸਮ ਪਤੀ, ਇਸ ਮੇਰੇ ਪਤੀ ਨੇ ਸਾਰਾ ਧਨ ਲਟਾਈ ਜਾਂਦਾ ਹੈ ਤੇ ਮੇਰੇ ਨੱਕ ਵਿੱਚ ਦਮ ਕੀਤਾ ਹੋਇਆ ਇਹਨੇ। ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ। ਆਵਤ ਜਾਤ ਨਾਕ ਸਰ, ਤੁਰੀ ਨਾਰ ਕੀ ਛੋਟੀ ਬਾਤਾ। ਖੱਡੀ ਦਾ ਕੋਈ ਕੰਮ ਕਰਦਾ ਹੀ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਕਬੀਰ ਸਾਹਿਬ ਕੰਮ ਨਹੀਂ ਕਰ ਰਿਹਾ, ਇਹਦੇ ਵਿੱਚੋਂ ਸਾਰੀ ਗੱਲ ਕਲੀਅਰ ਹੋ ਜਾਣੀ ਵੀ ਗੱਲ ਕੀ ਇਸ ਵਿੱਚ, ਘੁੰਡੀ ਕਿੱਥੇ ਹੈ। ਉਹ ਕਹਿੰਦੇ ਤੁਰੀ ਨਾਰ ਕੀ ਛੋਟੀ ਬਾਤਾ, ਰਾਮ ਨਾਮ ਵਾਕਾ ਮਨ ਰਾਤਾ। ਆਹ ਹੈ ਜਿਹੜੀ ਵਿਚਲੀ ਗੱਲ ਹੈ। ਇਹ ਰਾਮ ਨਾਮ ਦੇ ਨਾਲ ਲੱਗਾ ਰਹਿੰਦਾ ਹਰ ਵੇਲੇ। 4 ਜਣੇ ਆਉਂਦੇ ਆ, 4 ਤੁਰ ਜਾਂਦੇ ਆ, 4 ਆਉਂਦੇ, 4 ਤੁਰ ਜਾਂਦੇ ਆ। ਸਾਰਾ ਦਿਨ ਸਾਡੇ ਘਰੇ ਆਵਾਜਾਈ ਬਣੀ ਰਹਿੰਦੀ ਹੈ, ਤੇ ਕੱਲੀ ਆਵਾਜਾਈ ਥੋੜਾ ਬਣੀ ਰਹਿੰਦੀ ਹੈ। ਕਹਿੰਦੀ ਜਿਹੜੇ ਆਉਂਦੇ ਉਹਨਾਂ ਵਾਸਤੇ ਫਿਰ ਪ੍ਰਬੰਧ ਵੀ ਤਾਂ ਕਰਨਾ ਪੈਂਦਾ ਨਾ, ਰੋਟੀ ਬਣਾਓ, ਚਾਹ ਬਣਾਓ, ਦੁੱਧ ਲਿਆਓ, ਉਹਨਾਂ ਵਾਸਤੇ ਪ੍ਰਬੰਧ ਕਰੋ। ਸਾਰਾ ਦਿਨ ਮੈਂ ਚੌਂਕੇ ਜਿਹੜੀ ਬਾਹਰ ਨਿਕਲਦੀ, ਇਹ ਮੇਰੇ ਪਤੀ ਕਰਕੇ ਕਹਿ ਰਹੀ ਹੈ। ਸ਼ਬਦ ਕਬੀਰ ਸਾਹਿਬ ਦਾ, ਘਰ ਦੀ ਸਾਰੀ ਗੱਲ ਮੈਂ ਬੋਲ ਰਿਹਾ ਕਿ ਜੇ ਸਿਮਰਤ ਸੰਕਟ ਮਿਟੈ। ਅਸੀਂ ਸੰਕਟ ਦੁੱਖ ਕਲੇਸ਼ ਨੂੰ ਕੁਝ ਹੋਰ ਹੀ ਬਣਾ ਕੇ ਬਹਿ ਜਾਂਦੇ ਆ ਤੇ ਮੁੜ ਕੇ ਸ਼ਬਦ ਲੱਭਦੇ ਫਿਰਦੇ ਆ। ਮੈਂ ਬੇਨਤੀ ਕਰ ਰਿਹਾ, ਭਗਤ ਕਬੀਰ ਸਾਹਿਬ ਦਾ ਸ਼ਬਦ ਉਹ ਕਹਿ ਰਿਹਾ, ਤੁਰੀ ਨਾਰ ਕੀ ਛੋਟੀ ਬਾਤਾ, ਰਾਮ ਨਾਮ ਵਾਕਾ ਮਨ ਰਾਤਾ। ਲੜਕੀ ਲੜਕਣ ਖੈਬੋ ਨਾਹੇ। ਲੜਕੀ ਲੜਕਣ, ਬੱਚਿਆਂ ਦਾ ਫਿਕਰ ਹੀ ਕੋਈ ਨਹੀਂ ਇਹਨੂੰ। ਹੁਣ ਰੋਟੀ ਕਿੱਥੋਂ ਖਾਣੀ, ਕੋਈ ਧਿਆਨ ਹੀ ਨਹੀਂ ਮੇਰੇ ਪਤੀ ਦਾ ਉਧਰ ਹੈ। ਲੜਕੀ ਲੜਕਣ ਖੈਬੋ ਨਾਹੇ, ਮੁੰਡਿਆ ਆਂਦਰ ਧਾਪੇ ਜਾਏ। ਜਿਹੜੇ ਘਰੇ ਸਾਡੇ ਆਉਂਦੇ ਰੱਜ ਕੇ ਜਾਂਦੇ, ਉਹ ਨਹੀਂ ਭੁੱਖੇ ਜਾਂਦੇ। ਹੁਣ ਤੁਸੀਂ ਵੇਖੋ ਕਬੀਰ ਸਾਹਿਬ ਦਾ ਘਰ ਦੀ ਗੱਲ ਤਾਂ ਭਾਵੇਂ ਚੱਲਦੀ ਪਈ ਹੈ। ਗਿਲਾ ਇਹ ਨਹੀਂ ਕਿ ਤਾਸ਼ ਖੇਡਦਾ ਹੈ, ਗਿਲਾ ਇਹ ਨਹੀਂ ਕਿ ਇਹਦੇ ਕੋਲ ਜਿਹੜੇ 4-5 ਜਣੇ ਰੋਜ਼ ਆਉਂਦੇ ਆ, ਉਹ ਚੁਗਲੀ ਨਿੰਦਿਆ ਕਰਨ ਆਉਂਦੇ ਆ। ਗਿਲਾ ਇਸ ਗੱਲ ਦਾ ਨਹੀਂ ਕਿ ਜਿਹੜੇ ਘਰ ਵਿੱਚ ਆਉਂਦੇ ਆ ਸਾਨੂੰ ਕੁਰਾਹੇ ਪਾਉਣ ਵਾਸਤੇ ਆਉਂਦੇ ਆ। ਇਹ ਥੋੜਾ ਕੁਝ ਕਰਦੇ ਹੋ, ਗਿਲਾ ਇਹ ਨਹੀਂ ਹੈ। ਉਹ ਕਹਿੰਦੀ ਹੈ, ਭਗਤ ਕਬੀਰ ਸਾਹਿਬ ਦੀ ਪਤਨੀ ਕਹਿ ਰਹੀ ਹੈ, ਲੜਕੀ ਲੜਕਣ ਖੈਬੋ ਨਾਹੇ, ਮੁੰਡਿਆ ਅੰਦਰ ਧਾਪੇ ਜਾਹੇ। ਕਹਿੰਦੀ ਆਉਂਦੇ ਨੇ ਸਾਧੂ ਇਹਦੇ ਕੋਲੇ, ਦਿਨ ਰਾਤ ਆਵਾਜਾਈ ਲੱਗੀ ਰਹਿੰਦੀ ਹੈ। ਤੇ ਕਰਦੇ ਕੀ ਨੇ ਉਹ ਕਹਿੰਦੇ ਨੇ ਕਿ ਕਰਦੇ ਇਹ ਨੇ ਕਿ ਮੁੰਡਿਆ ਅੰਦਰ ਧਾਪੇ ਜਾਏ। 1-2 ਮੰਦਰ, 1-2 ਬਾਟ ਕਹਿੰਦੇ ਰਸਤੇ ਨੂੰ। ਕਬੀਰ ਸਾਹਿਬ ਦੀ ਪਤਨੀ ਕਹਿ ਰਹੀ ਹੈ, ਮੈਂ ਦੂਰੋਂ ਵੇਖਦੀ ਆ ਨਾ, ਤੇ 4 ਜਾਣੇ ਤਿਆਰੀ ਕਰਦੇ ਨੇ, 4 ਜੇ ਰਾਹ ਤੁਰੇ ਆਉਂਦੇ ਨੇ। ਮੈਨੂੰ ਪਤਾ ਲੱਗਦਾ ਵੀ ਸਾਡੇ ਘਰੇ ਆਉਣੇ ਆ ਵੀ, ਕਿਉਂਕਿ ਉਹ ਵੀ ਸਾਧੂ ਭੇਸ ਦੇ ਵਿੱਚ ਆ ਰਹੇ ਨੇ। ਉਹ ਆਉਣੇ ਸਾਡੇ ਘਰੇ ਆ। ਕਹਿੰਦੀ ਮੈਂ ਦੂਰੋਂ ਵੇਖ ਲੈਣੀ ਹੈ।
ਭਗਤ ਕਬੀਰ ਸਾਹਿਬ ਦਾ ਸ਼ਬਦ ਹੈ ਤੇ ਪਤਨੀ ਦੀ ਗੱਲ ਕਰ ਰਹੇ ਨੇ ਉਹ ਕਿ ਕੀ ਸਾਡੇ ਘਰ ਵਿੱਚ ਚੱਲ ਰਿਹਾ ਹੈ। ਉਹ ਕਹਿੰਦੇ ਨੇ ਕਿ ਮੁੰਡਿਆ ਅੰਦਰ ਧਾਪੇ ਜਾਏ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਕੋ ਸਾਥਰ ਉਨ ਕੋ ਖਾਟ। ਹੁਣ ਗਿਲਾ ਵੀ ਤੇ ਹੋ ਰਿਹਾ, ਗੱਲ ਵੀ ਘਰ ਦੀ ਦੱਸੀ ਜਾ ਰਹੀ, ਪਰ ਕੋਈ ਇਹੋ ਜੀ ਗੱਲ ਨਹੀਂ, ਕਬੀਰ ਸਾਹਿਬ ਉੱਤੇ ਕੋਈ ਤੋਹਮਤ ਨਹੀਂ ਲਾ ਰਹੇ। ਕਹਿੰਦੀ ਜਦੋਂ ਰਾਤ ਸ਼ਾਮਾਂ ਪੈਂਦੀਆਂ ਨਾ, ਸ਼ਾਮਾਂ ਪੈਂਦੀਆਂ ਤੇ ਉਹ ਕਹਿੰਦੇ ਕਬੀਰ ਸਾਹਿਬ ਲੇਟ ਹੋ ਗਏ, ਹੁਣ ਪਿੰਡ ਨਹੀਂ ਜਾਣਾ, ਇੱਥੇ ਤੁਹਾਡੇ ਕੋਲ ਰਹਿ ਪਈਏ। ਤੇ ਕਬੀਰ ਸਾਹਿਬ ਕਹਿੰਦੇ ਜਦੋਂ ਕੋਲ ਰਹਿਣ ਵਾਸਤੇ ਕਹਿੰਦੇ ਮੈਂ ਕਹਿੰਦਾ ਮੈਨੂੰ ਮੰਜੇ ਢਾ ਦਿਓ, ਤੇ ਉਹ ਕਹਿੰਦੇ ਅਸੀਂ ਕਿੱਥੇ ਸੌਣਾ? ਉਹ ਕਹਿੰਦੇ ਤੁਸੀਂ ਥੱਲੇ ਪੈ ਜਾਓ। ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ। ਕਿਉਂ ਕਹਿੰਦੇ ਜਦੋਂ ਉਹਨਾਂ ਨੂੰ ਕਹਿੰਦੇ ਸੌਣ ਵਾਸਤੇ, ਤੇ ਉਹ ਕਹਿੰਦੇ ਤੁਸੀਂ ਹਮਕੋ ਸਾਥਰ ਉਨ ਕੋ ਖਾਟ, ਖਾਟ ਮੈਨੇ ਮੰਜਾ, ਸਾਨੂੰ ਕਹਿੰਦੇ 70 ਭੁੰਜੇ ਸੌਂ ਜਾਓ। ਮੂੰਡ ਪਲੋਸ ਕਮਰ ਬੱਧ ਪੋਥੀ, ਟਿੰਡਾਂ ਪਲੋਸਦੇ ਆਉਂਦੇ ਨੇ ਤੇ ਕਮਰ ਜਿਹੜਾ ਆਪਣੇ ਕਛ ਵਿੱਚ ਪੋਥੀਆਂ ਰੱਖੀਆਂ ਹੋਈਆਂ ਉਹਨਾਂ ਨੇ, ਜਿਹੜੇ ਸਾਡੇ ਘਰੇ ਆ ਰਹੇ ਨੇ। ਮੂੰਡ ਪਲੋਸ ਕਮਰ ਬੱਧ ਪੋਥੀ, ਹਮਕੋ ਚਾਬਣ ਉਨ ਕੋ ਰੋਟੀ, ਸਾਨੂੰ ਕਹਿੰਦੇ ਭੁੱਜੇ ਛੋਲੇ ਖਾ ਲਓ, ਦਾਣੇ ਕੁਝ ਨਾ ਕੁਝ ਖਾ ਕੇ ਗੁਜ਼ਾਰਾ ਕਰ ਲਓ, ਜਿਹੜੇ ਆਏ ਉਹਨੂੰ ਕਹਿੰਦਾ ਰੋਟੀ ਬਣਾ ਕੇ ਦਿਓ। ਤੇ ਹੁੰਦਾ ਤੇ ਇਹਨਾਂ ਗੱਲਾਂ ਤੋਂ ਹੀ ਨਾ ਘਰਾਂ 'ਚ, ਹੋਰ ਕੀ ਹੈ ਕਿਤੇ ਦੁੱਖ ਕਰੇ ਝਗੜੇ ਤਾਂ ਸਿਰਫ ਇੰਨੀ ਗੱਲ ਦਾ ਹੀ ਹੈ ਨਾ, ਜਦੋਂ ਕੰਮ ਕਰਨਾ ਪੈਂਦਾ ਝਗੜਾ ਪੈ ਜਾਂਦਾ। ਉਹ ਕਹਿੰਦੇ ਨੇ ਵੀ ਅਸਲ 'ਚ ਗੱਲ ਇਹ ਹੋ ਰਹੀ, ਕਬੀਰ ਸਾਹਿਬ ਕਹਿ ਰਹੇ ਨੇ, ਉਹ ਕਹਿੰਦੇ ਹਾਲਾਤ ਇਹ ਬਣ ਗਿਆ ਕਿ ਜਦੋਂ ਉਹਨਾਂ ਨੂੰ ਰੋਟੀਆਂ ਖਵਾਉਣ ਵਾਸਤੇ ਕਿਹਾ ਜਾਂਦਾ, ਉਹ ਕਹਿੰਦੀ ਸਾਰਾ ਦਿਨ ਹੀ ਇਹ ਕੁਝ ਕਰਦੇ ਰਹਿੰਦੇ ਆ। 4 ਆ ਗਏ 4 ਚਲੇ ਗਏ, 4 ਆ ਗਏ 4 ਚਲੇ ਗਏ। ਕਈ ਵਾਰ ਸ਼ਾਮ ਨੂੰ ਹਨੇਰਾ ਹੁੰਦਾ, ਇੱਥੇ ਹੀ ਪੈ ਜਾਂਦੇ, ਸਾਨੂੰ ਥੱਲੇ ਸੌਣਾ ਪੈਂਦਾ, ਉਹਨਾਂ ਵਾਸਤੇ ਮੰਜੀਆਂ ਢਵਾ ਦਿੰਦਾ ਹੈ ਭਗਤ ਕਬੀਰ ਸਾਹਿਬ ਦਾ ਸ਼ਬਦ। ਪਰ ਬੜੀ ਕਿਰਪਾ ਕੀਤੀ, ਅਖੀਰ ਵਿੱਚ ਉਹਨਾਂ ਨੇ ਆਪਣੀ ਘਰਵਾਲੀ ਤੇ ਗਿਲਾ ਨਹੀਂ ਕੀਤਾ। ਭਗਵਾਨ ਨੇ ਇਹਨਾਂ ਦੀ ਕਿਰਪਾ ਨਾਲ ਇਹ ਸਾਰਾ ਕੁਝ ਵਰਤਾ ਹੀ। ਆਤਮੀ ਇਹਨਾਂ ਦੀ ਸੰਗਤ ਕਰ। ਉਹ ਕਹਿੰਦੇ ਮੂੰਡ ਪਲੋਸ ਕਮਰ ਬੱਧ ਪੋਥੀ, ਹਮਕੋ ਚਾਬਣ ਉनको ਰੋਟੀ, ਮੁੰਡਿਆ ਮੁੰਡਿਆ ਹੁਏ ਏਕ, ਇਹ ਮੁੰਡਿਆ ਬੂਢਤ ਕੀ ਟੇਕ। ਭਗਤ ਕਬੀਰ ਸਾਹਿਬ ਕਹਿੰਦੇ ਮੇਰੀ ਇਹ ਪਤਨੀ ਹੈ ਲੋਈਏ, ਆ ਡੁੱਬਦਿਆਂ ਹੋਇਆਂ ਨੂੰ ਸਹਾਰਾ ਦੇਣ ਵਾਲੇ ਇਹੀ ਨੇ। ਆਪਣੀ ਜ਼ਿੰਦਗੀ ਜਿਹੜੀ ਹੈ ਨਾ, ਇਸ ਘੁੰਮਣ ਘੇਰੀ ਵਿੱਚ ਸੰਸਾਰ ਵਿੱਚ ਜਿਹੜੀ ਡੁੱਬ ਰਹੀ ਹੈ, ਇਹਨੂੰ ਪਾਰ ਕਰਨ ਵਾਲੇ ਇਹੋ ਸਾਧੂ ਨੇ। ਇਹਨਾਂ ਦੀ ਕਿਰਪਾ ਨਾਲ ਤਾਂ ਪਾਰ ਉਤਾਰਾ ਹੋਣਾ ਹੈ। ਇਹਦਾ ਮਤਲਬ ਉਹਨਾਂ ਨੂੰ ਚੰਗਾ ਕਹਿ ਰਹੇ ਨੇ ਵੀ ਮੇਰੇ ਕੋਲ ਆਉਂਦੇ ਨੇ, ਇਹਨਾਂ ਦੀ ਸੰਗਤ ਕਰਦੇ। ਮੁੰਡਿਆ ਮੁੰਡਿਆ ਹੁਏ ਏਕ, ਕਿਆ ਮੁੰਡਿਆ ਬੂਟਤ ਕੀ ਟੇਕ, ਸੁਣ ਅੰਦਲੀ ਲੋਈ ਬੇਪੀਰ, ਮੇਰੀ ਪਤਨੀ ਹੈ ਲੋਈਏ ਸੁਣ, ਇਨ ਮੁੰਡਿਆਂ ਭਜ ਸ਼ਰਨ ਕਬੀਰ। ਤੂੰ ਇਹਨਾਂ ਦੀ ਸੰਗਤ ਕਰ ਲੈ। ਇਹਦਾ ਮਤਲਬ ਕੀ ਹੋ ਗਿਆ? ਭਗਤ ਕਬੀਰ ਸਾਹਿਬ ਕਹਿੰਦੇ ਗੱਲ ਘਰੇ ਭਾਵੇਂ ਚੱਲਦੀ ਏ ਕਿ ਕਾਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਬੱਚਿਆਂ ਦਾ ਕੋਈ ਫਿਕਰ ਨਹੀਂ ਹੋ ਰਿਹਾ, ਕਹਿੰਦੇ ਸਾਰਾ ਕੁਝ ਮੈਂ ਕਰ ਰਿਹਾ, ਬਸ ਗੱਲ ਸਿਰਫ ਇੰਨੀ ਹੈ ਕਿ ਜਿਹੜੀ ਆਵਾਜਾਈ ਸਾਰਾ ਦਿਨ ਰਹਿੰਦੀ ਹੈ, ਉਹ ਮੈਂ ਜੋੜ ਨਹੀਂ ਕੁਛ ਰਿਹਾ ਬਹੁਤਾ ਇਹਨਾਂ ਬੱਚਿਆਂ ਵਾਸਤੇ, ਬਾਕੀ ਮੈਂ ਘਰ ਦੇ ਕੰਮ ਤਾਂ ਸਾਰੇ ਕਰ ਰਿਹਾ। ਕਹਿੰਦੇ ਮੈਂ ਉਹਨੂੰ ਵੀ ਆਪਣੀ ਪਤਨੀ ਨੂੰ ਕਿਹਾ ਲੋਈਏ ਤੂੰ ਵੀ ਪਰਮੇਸ਼ਰ ਦੇ ਨਾਮ ਨਾਲ ਜੁੜ ਲੈ। ਮੈਂ ਬੋਲ ਰਿਹਾ ਸੀ ਕਿ ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ, ਜਿਸ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਸੰਕਟ ਮਿਟ ਜਾਂਦੇ, ਦੁੱਖ ਚਲੇ ਜਾਂਦੇ, ਕਲੇਸ਼ ਚਲੇ ਜਾਂਦੇ ਹੈ, ਤੇ ਵਾਹਿਗੁਰੂ ਦੀ ਕਿਰਪਾ ਨਾਲ ਉਹਦੇ ਦੀਦਾਰ ਹੋ ਜਾਂਦੇ, ਉਹਦੇ ਦਰਸ਼ਨ ਪਰਮਾਤਮਾ ਵਾਹਿਗੁਰੂ ਦੇ ਹਿਰਦੇ ਰੂਪੀ ਘਰ ਵਿੱਚ ਪ੍ਰਾਪਤ ਹੋ ਜਾਂਦੇ ਹੈ। ਮਹਾਰਾਜ ਨੇ ਬੜੀ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰਮੁਖ ਅਸੀਂ ਸਤਿਗੁਰੂ ਦੀ ਬਾਣੀ ਦੀ ਵਿਚਾਰ ਆਰੰਭ ਕੀਤੀ ਸੀ। ਉਹਨਾਂ ਦੇ ਸ਼ਬਦ ਵਿਚਾਰੇ ਸ਼ਲੋਕਾਂ ਦੀ ਅੱਜ ਸਮਾਪਤੀ ਹੋਈ ਹੈ। 57 ਸ਼ਲੋਕ ਸੀ ਮਹਾਰਾਜ ਦੇ। ਅਖੀਰਲਾ ਸ਼ਲੋਕ ਹੈ ਕਿ ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਪਰਮਾਤਮਾ ਵਾਹਿਗੁਰੂ ਕਿਰਪਾ ਕਰੇ, ਹਿਰਦੇ 'ਚ ਨਾਮ ਟਿਕ ਜਾਏ, ਸੰਕਟ ਕਲੇਸ਼ ਅੰਦਰੋਂ ਝਗੜੇ ਖਤਮ ਹੋ ਜਾਣ, ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਅੰਦਰ ਹੀ ਉਹਦੀ ਰਹਿਮਤ ਵਰਤੇ। ਇਹ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ। ਮੇਰਾ ਜੋ ਫੁਰਨਾ ਬਣਿਆ ਮੈਂ ਤੁਹਾਡੇ ਨਾਲ ਸਾਂਝਾ ਕਰ ਲਵਾਂ। ਫੁਰਨਾ ਇਹ ਬਣਿਆ ਹੈ, ਗੁਰੂ ਨੇ ਕਿਰਪਾ ਕਰਕੇ ਜੋ ਫੁਰਨਾ ਬਖਸ਼ਿਸ਼ ਕੀਤਾ ਉਹ ਇਹ ਹੈ ਕਿ ਆਪਾਂ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੀ ਕਥਾ ਸ਼ੁਰੂ ਕਰੀਏ, ਕਿਉਂਕਿ ਇਹ ਸ਼ਲੋਕਾਂ ਦੀ ਲੜੀਵਾਰ ਕਥਾ ਸਮਾਪਤ ਹੋ ਗਈ। ਅਗਲੇ ਹਫ਼ਤੇ ਆਪਾਂ ਕੋਈ ਨਾ ਕੋਈ ਸ਼ੁਰੂ ਕਰਨਾ ਪੈਣਾ। ਮੇਰੇ ਮਨ 'ਚ ਆਇਆ ਵੀ ਆਪਾਂ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਜਿਹੜੇ ਨੇ ਉਹ ਬੜੇ ਠੇਠ ਪੰਜਾਬੀ ਵਿੱਚ ਨੇ, ਬੜੀ ਸੌਖੀ ਸਮਝ ਆਉਂਦੀ ਹੈ। ਜਿਵੇਂ ਗੁਰੂ ਨੇ ਕਿਰਪਾ ਕੀਤੀ, ਜੋ ਸਮਤ ਗੁਰੂ ਬਖਸ਼ੇਗਾ ਉਹਦੇ ਮੁਤਾਬਕ ਹੀ ਮੈਂ ਵਿਚਾਰ ਕਰਨੀ ਹੈ। ਆਪਾਂ ਅਗਲੇ ਹਫ਼ਤੇ ਤੋਂ ਬਾਬਾ ਫਰੀਦ ਸਾਹਿਬ ਜੀ, ਸ਼ੇਖ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਲੜੀਵਾਰ ਕਥਾ ਸ਼ੁਰੂ ਕਰਾਂਗੇ। ਆਪ ਜੀ ਨੇ ਅਸੀਸ ਬਖਸ਼ਿਸ਼ ਕਰਨੀ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਅੰਦਰੋਂ ਭਾਵਨਾ ਸਹਿਤ ਅਰਦਾਸਾਂ ਵੀ ਕਰਨੀਆਂ ਕਿ ਵਾਹਿਗੁਰੂ ਸਮਤ ਬਖਸ਼ਿਸ਼ ਕਰੇ, ਜੋ ਕਹਿੰਦੇ ਆ ਜ਼ਿੰਦਗੀ ਵਿੱਚ ਕਮਾ ਵੀ ਸਕੀਏ। ਬੇਅੰਤ ਭੁੱਲਾਂ ਹੋ ਗਈਆਂ, ਸਾਧ ਸੰਗਤ ਤੇ ਗੁਰੂ ਬਖਸ਼ਣ ਯੋਗ ਹੈ। ਭੁੱਲਾਂ ਨਾ ਚਤਾਰਦੇ ਹੋਏ ਪਿਆਰ ਸਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ